दोस्तों बड़े ही अफसोस की गल है कि ਜਿਹੜੇ ਕਾਲੇ ਕਾਨੂੰਨ ਬਣਾਏ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਬਜਾਏ ਕਿ ਕੇਂਦਰ ਦੀ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਦਾ ਕੋਈ ਹੱਲ ਲੱਭੇ ਜਿਸ ਤਰ੍ਹਾਂ ਨਾਲ ਸਾਰੇ ਦੇਸ਼ ਵਿੱਚ ਹਾਹਾਕਾਰ ਮਚੀ ਖਾਸ ਤੌਰ ਤੇ ਪੰਜਾਬ ਹਰਿਆਣਾ ਵਿੱਚ ਔਰ ਪੰਜਾਬ ਦੇ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਪਾਰਟੀਆਂ ਨੇ ਪਿਛਲੇ ਕਾਫੀ ਅਰਸੇ ਦੇ ਉੱਤੋਂ ਬਹੁਤ ਵੱਡਾ ਸੁਨੇਹਾ ਭੇਜਿਆ ਕੇਂਦਰ ਦੀ ਸਰਕਾਰ ਨੂੰ ਕਿ ਤੁਹਾਡੇ ਵੱਲੋਂ ਬਣਾਏ ਹੋਏ ਖੇਤੀ ਦੇ ਕਾਨੂੰਨਾਂ ਨੂੰ ਜਿਹਦੇ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਉੱਤੇ ਬਿਠਾਉਣ ਲੱਗੇ ਹੋ ਸਾਡਾ ਸ਼ੋਸ਼ਣ ਕਰਨ ਲੱਗੇ ਹੋ ਸਾਨੂੰ ਇਹ ਤੁਹਾਡੇ ਬਣਾਏ ਹੋਏ ਕਾਨੂੰਨ ਕਦਾਚਿਤ ਪ੍ਰਵਾਨ ਨਹੀਂਗੇ ਔਰ ਇੱਥੇ ਬਸ ਨਹੀਂ ਪੰਜਾਬ ਦੀ ਵਿਧਾਨ ਸਭਾ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇੱਕ ਮਤ ਹੋ ਕੇ ਮਤਾ ਵੀ ਪਾਸ ਕਰਤਾ ਸਾਰੇ ਕੇਂਦਰ ਦੇ ਜਿਹੜੇ ਖੇਤੀ ਵਾਲੇ ਕਾਨੂੰਨ ਸੀ ਬਣਾਏ ਉਹ ਅਸੀਂ ਰਿਜੈਕਟ ਕਰ ਦਿੱਤੇ ਆ ਔਰ ਉਹਨਾਂ ਕਾਨੂੰਨਾਂ ਵਿੱਚ ਸੋਧ ਵੀ ਕਰ ਦਿੱਤੀ ਆ ਪਰ ਇਹਦੇ ਬਾਵਜੂਦ ਮੈਂ ਦੇਖ ਰਿਹਾ ਹਾਂ ਕਿ ਕੇਂਦਰ ਦੀ ਸਰਕਾਰ ਔਰ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬਜਿੱਦ ਨੇ ਜਿੱਦਾਂ ਕਦੀ ਬਿਹਾਰ 'ਚੋਂ ਬੋਲਦੇ ਨੇ ਕਿ ਮੈਂ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗਾ ਕਦੀ ਇਹਨਾਂ ਦੇ ਮਿਨਿਸਟਰ ਹਰਦੀਪ ਪੁਰੀ ਜੀ ਪੰਜਾਬ ਦੇ ਜਿਹੜੇ ਸ਼ਾਂਤਮਈ ਢੰਗ ਨਾਲ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਉਹਨਾਂ ਨੂੰ ਹੁੱਲੜਬਾਜ਼ ਕਹਿੰਦੀਆਂ ਨੇ ਕਦੀ ਬੀਜੇਪੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਜੇਪੀ ਨੱਡਾ ਜੀ ਉਹ ਕਹਿੰਦੇ ਨੇ ਇਹ ਕਿਸਾਨ ਤਾਂ ਸੰਘਰਸ਼ ਕਰ ਰਹੇ ਨੇ ਇਹ ਵਿਚੋਲੀਏ ਸੰਘਰਸ਼ ਕਰ ਰਹੇ ਨੇ ਇਹ ਤਾਂ ਮੈਂ ਸਮਝਦਾ ਕਿ ਜਿੱਦਾਂ ਕਿਸਾਨਾਂ ਦੇ ਕੁੱਲ ਟੋਟਲ ਸੰਘਰਸ਼ ਦਾ ਤੇ ਪੰਜਾਬ ਦੇ ਆਵਾਮ ਨੂੰ ਟਿਚਰਾ ਕਰਨ ਵਾਲੀ ਗੱਲ ਕਰ ਰਹੀ ਹੈ ਔਰ ਜਿਹੜਾ ਕੱਲ ਕੇਂਦਰ ਦੀ ਸਰਕਾਰ ਨੇ ਫੈਸਲਾ ਲਿਆ ਕਿ ਜਿੰਨੀਆਂ ਗੁੱਡਸ ਟ੍ਰੇਨ ਆਉਣੀਆਂ ਸੀ ਸਾਰੇ ਦੇਸ਼ ਵਿੱਚੋਂ ਸਮਾਨ ਆਉਣਾ ਸੀ ਪੰਜਾਬ ਦੇ ਵਿੱਚ ਚਾਹੇ ਉਹ ਖਾਦਾਂ ਨੇ ਤੇ ਚਾਹੇ ਉਹ ਕੋਲਾ ਵਾ ਤੇ ਚਾਹੇ ਉਹ ਦੀਵਾਲੀ ਦੇ ਤਿਉਹਾਰ ਦੇ ਕਰਕੇ ਵਪਾਰੀਆਂ ਨੂੰ ਸਮਾਨ ਦੀ ਲੋੜ ਸੀਗੀ ਉਹ ਸਾਰੀਆਂ ਟ੍ਰੇਨਸ ਜਾਣਬੁੱਝ ਕੇ ਰੋਕ ਦਿੱਤੀਆਂ ਨੇ ਔਰ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨਾਂ 'ਚ ਫੈਸਲਾ ਲਿਆ ਸੀਗਾ ਕਿ ਅਸੀਂ ਜਿਹੜੀਆਂ ਕੋਈ ਵੀ ਟ੍ਰੇਨਸ ਪੰਜਾਬ ਦੇ ਵਿੱਚ ਆਉਣਗੀਆਂ ਅਸੀਂ 5 ਨਵੰਬਰ ਤੱਕ ਉਹ ਜਿੰਨਾ ਸਮਾਨ ਲਿਆਉਣਾ ਚਾਹੁੰਦੀਆਂ ਨੇ ਉਹ ਲਿਆਉਣ ਔਰ ਇਹਦੇ ਬਾਵਜੂਦ ਬਜਾਏ ਕਿ ਬੀਜੇਪੀ ਤੇ ਕੇਂਦਰ ਦੀ ਸਰਕਾਰ ਤੇ ਮੋਦੀ ਸਾਹਿਬ ਦੀ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਦੇ ਉੱਤੇ ਮਲਮ ਲਾਉਣ ਉਹਨਾਂ ਦੀਆਂ ਹੱਕੀ ਮੰਗਾਂ ਮੰਨਣ ਕਿਉਂਕਿ ਸਾਡੇ ਨਾਲ ਅੱਜ ਦਾ ਵਿਤਕਰਾ ਨਹੀਂ ਕਰ ਰਹੀ ਕੇਂਦਰ ਦੀ ਸਰਕਾਰਾਂ ਇਹ ਪਿਛਲੇ 73 ਸਾਲ ਦਾ ਇੱਕ ਪੂਰੀ ਲੜੀਵਾਰ ਇਤਿਹਾਸ ਬੋਲਦਾ ਵਾ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਫਸਲਾਂ ਦੇ ਬੜੇ ਗੈਰ ਵਾਜਬ ਭਾਅ ਦੇ ਕੇ ਔਰ ਉਹਨਾਂ ਨੂੰ ਅੱਜ ਪੰਜਾਬ ਦੇ ਕਿਸਾਨ ਨੂੰ 1 ਲੱਖ ਕਰੋੜ ਦਾ ਕਰਜ਼ਈ ਬਣਾਤਾ ਉਸ ਕਿਸਾਨ ਨੂੰ ਜਿਸ ਕਿਸਾਨ ਨੇ ਇਸ ਦੇਸ਼ ਦੇ ਅਨਾਜ ਦਾ ਭੰਡਾਰ ਭਰਿਆ ਔਰ ਜਿੱਥੇ ਸਾਰੇ ਵਪਾਰੀਆਂ ਦੀ ਆਮਦਨ 500 700 ਗੁਣਾ ਵੱਧ ਗਈ ਹੈ ਪਿਛਲੇ ਕੁਝ ਦਹਾਕਿਆਂ 'ਚ ਜਿਹੜੇ EMPLOYEES ਨੇ ਉਹਨਾਂ ਦੇ ਪੇ ਕਮਿਸ਼ਨ ਬਿਠਾ ਕੇ ਉਹਨਾਂ ਦੀਆਂ ਜਿਹੜੀਆਂ ਪੇ ਸਕੇਲਸ ਆਮਦਨ ਨੇ ਉਹ 250 ਗੁਣਾ ਵੱਧ ਗਈਆਂ ਨੇ ਇਕੱਲਾ ਕਿਸਾਨ ਹੈ ਦੇਸ਼ ਦਾ ਜਿਹੜਾ ਪੂਰੀ ਮਿਹਨਤ ਕਰਨ ਤੋਂ ਬਾਅਦ ਵੀ ਕਰਜ਼ਈ ਹੋਇਆ ਉਹਦੀ ਆਮਦਨ ਪਿਛਲੇ ਆਜ਼ਾਦੀ ਤੋਂ ਬਾਅਦ 73 ਸਾਲਾਂ ਵਿੱਚ ਕੇਵਲ 19 ਗੁਣਾ ਵਧੀ ਹੈ ਮੇਰੇ ਵੀਰੋ ਇਸ ਲਈ ਇਹ ਜਿਹੜਾ ਬੀਜੇਪੀ ਦੀ ਸਰਕਾਰ ਬਦਲਾਖੋਰੀ ਦੀ ਨੀਤੀ ਦੇ ਉੱਤੇ ਉਤਰੀ ਹੋਈ ਆ ਇਹਦਾ ਅਸੀਂ ਸਾਰੇ ਸਖਤ ਵਿਰੋਧ ਕਰਦੇ ਹਾਂ ਔਰ ਅਸੀਂ ਸਾਡੀ ਮੰਗ ਆ ਕਿ ਤੁਸੀਂ ਪੰਜਾਬ ਦੇ ਵਿੱਚ ਹੁਣ ਜਿੱਦਾਂ ਕਹਿੰਦੇ ਆ ਕਿ ਇਨਸਟੇਬਿਲਿਟੀ ਆਪ ਕ੍ਰੀਏਟ ਕਰਨਾ ਚਾਹੁੰਦੇ ਹੋ ਜਦੋਂ ਤੁਸੀਂ ਸਮਾਨ ਨਹੀਂ ਭੇਜੋਗੇ ਕੋਲਾ ਨਹੀਂ ਭੇਜੋਗੇ ਪੰਜਾਬ ਵਿੱਚ ਹਨੇਰਾ ਹੋਵੇਗਾ ਜਦੋਂ ਤੁਸੀਂ ਖਾਦਾਂ ਨਹੀਂ ਭੇਜੋਗੇ ਪੰਜਾਬ ਦੇ ਕਿਸਾਨ ਵਿੱਚ ਹੋਰ ਮਾਯੂਸੀ ਆਵੇਗੀ ਜਦੋਂ ਤੁਸੀਂ ਪੰਜਾਬ ਦੇ ਆਮ ਬਾਜ਼ਾਰਾਂ ਤੇ ਆਮ ਲੋਕਾਂ ਦੀ ਖਪਤ ਵਾਸਤੇ ਸਮਾਨ ਦੀਆਂ ਟ੍ਰੇਨਾਂ ਰੋਕੋਗੇ ਤੇ ਬੇਚੈਨੀ ਹੋਵੇਗੀ ਸਾਰੇ ਸਮਾਜ ਦੇ ਵਿੱਚ ਔਰ ਮੈਂ ਪਹਿਲਾਂ ਵੀ ਕਹਿ ਚੁੱਕਾ ਵਾਂ ਕਿ ਅੱਜ ਤੱਕ ਦਾ ਜਿਹੜਾ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਆ ਚਾਹੇ ਉਹ ਸ਼ੰਭੂ ਮੋਰਚੇ ਦਾ ਸੰਘਰਸ਼ ਆ ਤੇ ਚਾਹੇ ਉਹ ਕਿਸਾਨ ਜਥੇਬੰਦੀਆਂ ਦਾ ਇਹ ਕੁੱਲ ਟੋਟਲ ਸ਼ਾਂਤਮਈ ਸੰਘਰਸ਼ ਅੱਜ ਤੇ ਕਿਸੇ ਦੇ ਚੀਚੀ ਦੇ ਉੱਤੇ ਵੀ ਕੋਈ ਖੂਨ ਨਹੀਂ ਲੱਗਿਆ ਕੋਈ ਸੱਟ ਨਹੀਂ ਲੱਗੀ ਪਰ ਜਿਸ ਢੰਗ ਦੇ ਨਾਲ ਕੇਂਦਰ ਦੀ ਸਰਕਾਰ ਦਾ ਰਵੱਈਆ ਨਜ਼ਰ ਆ ਰਿਹਾ ਉੱਥੋਂ ਤਾਂ ਐ ਜਾਪਦਾ ਵਾ ਕਿ ਉਹ ਜਾਣਬੁੱਝ ਕੇ ਪੰਜਾਬ ਵਿੱਚ ਇਸ ਸੰਘਰਸ਼ ਨੂੰ ਟੋਰਪੀਡੋ ਕਰਕੇ ਤੇ ਇਸ ਨੂੰ ਵਾਇਲੈਂਟ ਪਾਸੇ ਵੱਲ ਨੂੰ ਇੱਕ ਕੀ ਕਹਿੰਦੇ ਭੰਨਤੋੜ ਵਾਲੇ ਪਾਸੇ ਨੂੰ ਲਿਜਾਣਾ ਚਾਹੁੰਦੀ ਆ ਔਰ ਇਹ ਉਹਨਾਂ ਦੇ ਮਨਸੂਬੇ ਜਿਹੜੇ ਸਰਾਸਰ ਗਲਤ ਨੇ ਇਹ ਅਸੀਂ ਇਸ ਨੂੰ ਸਾਰੇ ਠੋਕ ਵਜਾ ਕੇ ਇਸ ਦੀ ਨਿਖੇਧੀ ਕਰਦੇ ਹਾਂ ਔਰ ਕੇਂਦਰ ਦੀ ਸਰਕਾਰ ਨੂੰ ਕਹਿੰਦੇ ਆ ਕਿ ਸਾਰੀਆਂ ਹੱਕੀ ਮੰਗਾਂ ਮੰਨੋ ਨਾ ਸਿਰਫ ਟ੍ਰੇਨਾਂ ਦੀ ਗੱਲ ਨਹੀਂ ਗੀ ਹੱਕੀ ਮੰਗਾਂ ਮੰਨੋ ਔਰ ਤੁਸੀਂ ਦੇਖੋ ਕਿਸਾਨ ਕਿੱਡਾ ਭੋਲਾ ਕਿਸਾਨ ਹੈ ਪੰਜਾਬ ਦਾ ਉਹ ਮੰਗ ਕੀ ਰਿਹਾ ਉਹ ਕਹਿੰਦਾ ਜੀ ਜਿਹੜੀ ਪ੍ਰਣਾਲੀ ਮਿਨੀਮਮ ਸਪੋਰਟ ਪ੍ਰਾਈਸ ਦੀ MSP ਦੀ ਸਾਨੂੰ ਉਹੀ ਦੇ ਦਿਓ ਔਰ ਇਸ ਪ੍ਰਣਾਲੀ ਨੇ ਕਿਸਾਨਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ 1 ਲੱਖ ਕਰੋੜ ਦਾ ਕਰਜ਼ਈ ਬਣਾਇਆ ਆਤਮ ਹੱਤਿਆ ਦੇ ਉੱਤੇ ਲਾ ਦਿੱਤਾ ਵਾ ਪਰ ਕਿਸਾਨ ਅੱਜ ਵੀ ਉਹੀ ਪ੍ਰਣਾਲੀ ਮੰਗਦਾ ਔਰ ਇਹ ਜਿਹੜੀਆਂ ਛਾਤਰ ਸਰਕਾਰਾਂ ਕੇਂਦਰ ਦੀਆਂ ਨੇ ਉਹਨਾਂ ਨੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਇਸ ਸੰਘਰਸ਼ ਵਿੱਚ ਉਲਝਾਇਆ ਵਾ ਕਿ ਉਹ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਰეკਮੈਂਡੇਸ਼ਨ ਨਾ ਮੰਗਣ ਅੱਜ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਹਿਸਾਬ ਨਾਲ ਅਗਰ ਸਾਰੀ ਕਾਸਟ ਇਨਪੁਟ ਕੈਲਕੂਲੇਟ ਕੀਤੀ ਜਾਵੇ ਤਾਂ ਉਹ ਜਿਹੜੀ ਕਣਕ ਦੀ MSP ਆ ਉਹ 7000 ਰੁਪਏ ਕੁਇੰਟਲ ਚਾਹੀਦੀ ਹੈ ਕੇਂਦਰ ਦੀਆਂ ਛਾਤਰ ਉੱਥੇ ਬਾਬੂ ਲੋਕ ਜਿਹੜੇ ਬੈਠੇ ਨੇ ਸਰਕਾਰਾਂ ਉਹ ਕਹਿੰਦੇ ਇਹਨਾਂ ਨੂੰ ਇਦਾਂ ਹੀ ਉਲਝਾ ਦਿਓ ਤਾਂ ਕਿ ਇਹ MSP ਦਾ ਹੀ ਆਪਣੇ ਹਕੂਕ ਮੰਗਣ ਔਰ MSP ਦੇ ਉੱਤੇ ਵੀ ਸਾਨੂੰ
ਜਿਹੜਾ ਕਈ ਤਰ੍ਹਾਂ ਦੇ ਤਸੀਹੇ ਦੇ ਰਹੀ ਹੈ ਕੇਂਦਰ ਦੀ ਸਰਕਾਰ। ਇਸ ਲਈ ਇਹਦੀ ਨਿਖੇਧੀ ਕਰਦੇ ਹਾਂ। ਔਰ ਮੈਂ ਹੁਣ ਬੇਨਤੀ ਕਰੂੰਗਾ ਕਿ ਚੰਦ ਸ਼ਬਦ ਸਾਡੇ ਨਾਲ ਸਤਿਕਾਰਯੋਗ ਜਗਦੇਵ ਸਿੰਘ ਜੀ ਕਮਾਲੂ MLA ਮੌੜ, ਸਰਦਾਰ ਪਿਰਮਲ ਸਿੰਘ ਜੀ ਖਾਲਸਾ MLA ਭਦੌੜ ਔਰ ਸਾਡੀ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਸਰਦਾਰ ਰਿਸ਼ਪਾਲ ਸਿੰਘ ਜੀ ਜੋੜਾ ਮਾਜਰਾ ਜਿਹੜੇ ਸਮਾਣੇ ਤੋਂ ਨੇ, ਉਹ ਵੀ ਆਪਣੀ ਗੱਲ ਕਰਨਗੇ। ਲੇਕਿਨ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਕੱਲ ਜਿਹੜਾ ਸ਼ੰਭੂ ਮੋਰਚੇ ਨੇ ਇੱਕ ਸ਼ੁਰੂਆਤ ਕੀਤੀ, ਉਹਨਾਂ ਨੇ ਇੱਕ ਆਗਾਜ਼ ਕੀਤਾ ਵਾ ਕਿ ਪੰਜਾਬ ਦੇ ਵਧੇਰੇ ਹਕੂਕ ਦੀ ਲੜਾਈ ਵਾਸਤੇ ਅਸੀਂ ਸਾਰੇ ਜਿਹੜੇ ਹਮਖਿਆਲ ਲੋਕ ਨੇ ਪੰਜਾਬ ਦੇ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ। ਅਸੀਂ ਸਾਰੇ ਉਸ ਗੱਲ ਦਾ ਸਵਾਗਤ ਕਰਦੇ ਹਾਂ ਔਰ ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿ ਤੁਸੀਂ ਪਹਿਲ ਕਦਮੀ ਕੀਤੀ ਹੈ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਪੰਜਾਬ ਦੇ ਹਿੱਤ ਵਾਸਤੇ, ਪੰਜਾਬ ਦੇ ਹੱਕਾਂ ਵਾਸਤੇ, ਪੰਜਾਬ ਦੀ ਹੱਕੀ ਮੰਗਾਂ ਲਈ, ਪੰਜਾਬ ਦੇ ਇਸ ਸੰਘਰਸ਼ ਵਿੱਚ ਅਸੀਂ ਸਾਰੇ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਅਹੁਦੇ ਤੋਂ, ਬਿਨਾਂ ਕਿਸੇ ਸ਼ਰਤ ਤੋਂ ਅਸੀਂ ਸਾਰੇ ਪੰਜਾਬ ਦੇ ਹਿੱਤ ਵਾਸਤੇ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਹੋਣ ਲਈ ਤਿਆਰ ਹਾਂ। ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਆਗਾਜ਼ ਕਰਨਾ, ਉਹਨਾਂ ਨੇ ਸਭ ਨੂੰ ਮਿਲਣਾ। ਮੈਂ ਉਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਔਰ ਮੈਂ ਹੁਣ ਬੇਨਤੀ ਕਰੂੰਗਾ ਕਮਾਲੂ ਸਾਹਿਬ ਨੂੰ ਕਿ ਉਹ ਚੰਦ ਸ਼ਬਦ ਕਹਿਣ। ਦੋਸਤੋ, ਜਿਵੇਂ ਖਹਿਰਾ ਸਾਹਿਬ ਨੇ ਦੱਸਿਆ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ, ਵੈਸੇ ਤਾਂ ਪੰਜਾਬ ਨਾਲ ਵਿਤਕਰੇ ਪਿਛਲੇ ਆਜ਼ਾਦੀ ਜਦੋਂ ਦੀ ਆਈ ਹੈ ਉਦੋਂ ਦੇ ਹੋ ਰਹੇ ਨੇ, ਪਰ ਬੜੇ ਦੁੱਖ ਦੀ ਗੱਲ ਹੈ ਕਿ ਬਹੁਤੇ ਲੋਕ ਕਹਿੰਦੇ ਨੇ ਕਿ ਕਿਸਾਨਾਂ ਸਿਰ ਕਰਜ਼ਾ ਕਿਸਾਨਾਂ ਦੀਆਂ ਕੋਈ ਗਲਤ ਨੀਤੀਆਂ ਕਰਕੇ ਹੋਇਆ। ਨਹੀਂ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਰਕਾਰਾਂ ਨੇ ਕਿਸਾਨਾਂ ਦੀਆਂ ਜਿਣਸਾਂ ਦੇ ਠੀਕ ਭਾਅ ਨਹੀਂ ਦਿੱਤੇ, ਇਸ ਲਈ ਉਹ ਪਾੜਾ ਵੱਧਦਾ ਗਿਆ। ਕਿਸਾਨ ਉਹ ਜਦੋਂ ਪੂਰਾ ਭਾਅ ਨਹੀਂ ਮਿਲਦਾ ਸੀ, ਉਹ ਪਾੜੇ ਨੂੰ ਪੂਰਨ ਵਾਸਤੇ, ਆਪਦੀ ਰੋਜੀ ਰੋਟੀ ਚਲਾਉਣ ਵਾਸਤੇ ਕਰਜ਼ੇ ਦਾ ਸਹਾਰਾ ਲਿਆ, ਤਾਂ ਉਹ ਕਰਜ਼ੇ ਦੀਆਂ ਪੰਡਾਂ ਸੀ ਜਿਹੜੀਆਂ ਭਾਰੀ ਹੁੰਦੀਆਂ ਗਈਆਂ, ਤੇ ਇਸ ਤਰ੍ਹਾਂ ਕਿਸਾਨ ਸੀ ਜਿਹੜੇ ਉਹ ਖੁਦਕਸ਼ੀਆਂ ਦੇ ਰਾਹ ਪੈ ਗਏ, ਕਿਉਂਕਿ ਕਰਜ਼ੇ ਦਾ ਭਾਰ ਨਾ ਸਹਾਰਦੇ ਹੋਏ ਉਧਰ ਵੱਲ ਤੁਰ ਪਏ। ਤੇ ਅੱਜ ਫਿਰ ਜੇ ਥੋੜਾ ਬਹੁਤਾ ਪੰਜਾਬ ਦਾ ਕਿਸਾਨ ਜਿਉਂਦਾ ਹੈ, ਕੁਛ ਉਹਨਾਂ ਨੂੰ MSP ਮਿਲਦੀ ਸੀ, ਵੈਸੇ ਤਾਂ ਮਿਲਦੀ ਨਹੀਂ। ਮੇਰਾ ਜਿਹੜਾ ਇਲਾਕਾ ਹੈ ਉਹ ਕਾਟਨ ਬੈਲਟ ਦਾ ਹੈ, ਤੇ ਇਸ ਕਰਕੇ ਨਰਮਾ ਕਪਾਹ ਸਾਡੇ ਕਾਫੀ ਹੁੰਦਾ ਹੈ, ਤੇ ਅੱਜ ਨਰਮੇ ਦਾ ਜਿਹੜਾ MSP ਹੈ ਉਹ ਤੇ ਨਹੀਂ ਖਰੀਦਿਆ ਜਾ ਰਿਹਾ ਨਰਮਾ। ਇਸ ਲਈ ਮੰਗ ਤਾਂ ਸਾਡੀ ਇਹ ਸੀ ਕਿ ਸਾਰੀਆਂ ਫਸਲਾਂ MSP ਤੇ ਖਰੀਦੋ, ਘੱਟੋ ਘੱਟ ਜਿਹੜੀ MSP ਸਰਕਾਰ ਨੇ ਤੈਅ ਕੀਤੀ ਹੈ ਉਸ ਤੇ ਖਰੀਦੋ। ਪਰ ਇਹਨਾਂ ਦੀ ਜਿਹੜੀ ਸੌੜੀ ਸੋਚ ਹੈ ਭਾਜਪਾ ਦੀ ਕਿ ਇਹਨਾਂ ਨੇ ਪੰਜਾਬ ਤੇ ਪੰਜਾਬੀ ਨੂੰ ਖਤਮ ਕਰਨਾ ਹੈ, ਪੰਜਾਬ ਨੂੰ ਖਤਮ ਕਰਨਾ ਹੈ, ਤੇ ਇਸ ਲਈ ਇਹਨਾਂ ਨੇ ਅੱਜ ਜਿਹੜੀਆਂ ਰੇਲਾਂ ਰੋਕੀਆਂ ਕਿ ਉਹਨਾਂ ਦਾ ਜਿਹੜੇ ਸਮਾਨ ਆਉਣਾ ਸੀ ਜਾਂ ਕੋਲਾ ਆਉਣਾ ਸੀ ਜਾਂ ਖਾਦਾਂ ਆਉਣੀਆਂ ਸੀ ਜਿਨ੍ਹਾਂ ਨੂੰ ਉਹਨੇ ਅਗਲੀ ਫਸਲ ਵਾਸਤੇ ਲੋੜੀ ਦੀ ਸੀ, ਤੇ ਇਸ ਲਈ ਉਹ ਵੀ ਪਹਿਲਾਂ ਉਹ ਕਿਸਾਨ ਯੂਨੀਅਨ ਨੇ ਧਰਨੇ ਲਾਏ ਸੀ, ਪਹਿਲਾਂ ਤਾਂ ਮਿੰਨਤਾਂ ਕਰਕੇ ਉਹਨਾਂ ਤੋਂ ਲਾਈਨਾਂ ਖਾਲੀ ਕਰਾਈਆਂ ਤੇ ਕਿ ਵੀ ਸਮਾਨ ਭੇਜਣਾ ਸੀ। ਪੰਜਾਬ ਸਰਕਾਰ ਨੇ ਉਹਨਾਂ ਨੂੰ ਕਿਹਾ, ਜਦੋਂ ਉਹਨਾਂ ਨੇ ਖਾਲੀ ਕਰਤੇ ਟਰੈਕ, ਤਾਂ ਹੁਣ ਬੜੇ ਦੁੱਖ ਦੀ ਗੱਲ ਹੈ ਕਿ ਸੈਂਟਰ ਨੇ ਉਹ ਜਿਹੜੀਆਂ ਟ੍ਰੇਨਾਂ ਸੀ ਉਹ ਬੰਦ ਕਰਤੀਆਂ। ਇਸ ਲਈ ਅੱਜ ਕਿਸਾਨ ਨਾਲ ਬੜਾ ਵੱਡਾ ਧਰੋਹ ਹੋ ਰਿਹਾ ਹੈ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਅੱਜ ਗੁਲਾਮ ਬਣਾਉਣ ਵਾਲੀ ਸਥਿਤੀ ਦੇ ਵਿੱਚ ਭਾਜਪਾ ਜਿਹੜੀ ਉਹ ਲੱਗੀ ਹੋਈ ਹੈ। ਇਸ ਗੱਲ ਦਾ ਮੈਂ ਸਖਤ ਵਿਰੋਧ ਕਰਦਾ, ਤੇ ਮੈਂ ਇਸ ਗੱਲ ਦਾ ਵਿਰੋਧ ਕਰਦਾ ਹੋਇਆ ਸਾਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਆਓ ਆਪਾਂ ਪੰਜਾਬ ਲਈ ਲੜਨ ਵਾਸਤੇ ਇੱਕ ਹੋਈਏ। ਸਾਰਿਆਂ ਦਾ ਧੰਨਵਾਦ। ਸ਼ੁਕਰੀਆ ਜੀ। ਔਰ ਸੰਖੇਪ ਸ਼ਬਦਾਂ 'ਚ ਪਿਰਮਲ ਜੀ ਖਾਲਸਾ ਜੀ। ਜਿਸ ਤਰ੍ਹਾਂ ਕਿ ਖਹਿਰਾ ਸਾਹਿਬ ਨੇ ਦੱਸਿਆ ਕਿ ਜੋ ਕੇਂਦਰ ਵੱਲੋਂ ਹੁਣ ਚੱਲ ਰਹੇ ਇਸ ਕਿਸਾਨੀ ਘੋਲ ਦੇ ਨੂੰ ਇੱਕ ਹਿੰਸਕ ਰੂਪ ਦੇਣ ਦੇ ਲਈ ਜਿਹੜਾ ਹੁਣ ਟ੍ਰੇਨਾਂ ਦਾ ਜਿਹੜਾ ਢੋਆ ਢੁਆਈ ਦਾ ਜਿਹੜਾ ਹੈਗਾ ਉਹ ਸਾਰਾ ਕੰਮਕਾਜ ਜਿਹੜਾ ਉਹ ਰੋਕ ਦਿੱਤਾ ਹੈਗਾ। ਸੋ ਇਸ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਇਸ ਦੇ ਹੋਰ ਅੱਗੇ ਵੱਧ ਕੇ BJP ਵੱਲੋਂ ਇਸ ਸ਼ਾਂਤਮਈ ਸੰਘਰਸ਼ ਨੂੰ ਜਿਹੜਾ ਹਿੰਸਕ ਰੂਪ ਦੇਣ ਦੇ ਲਈ ਔਰ ਇੱਕ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਨਾਲ ਜਿਹੜਾ ਕਿਸਾਨੀ ਔਰ ਦਲਿਤਾਂ ਦਾ ਜਿਹੜਾ ਇੱਕ ਜਿਹੜਾ ਉਹ ਚਲਾਇਆ ਹੈਗਾ ਕਿ ਦਲਿਤ ਯਾਤਰਾ ਕੱਢੀ ਗਈ ਆ ਜਿਹੜਾ ਹੈਗਾ ਉਹ BJP ਦੇ ਆਗੂਆਂ ਵੱਲੋਂ। ਸੋ ਇੱਕ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਕਿ ਇਸ ਸੰਘਰਸ਼ ਨੂੰ ਫੇਲ ਕਰਨ ਦੀਆਂ ਜਿਹੜੀਆਂ ਹੈ ਕੋਝੀਆਂ ਚਾਲਾਂ BJP ਸਰਕਾਰ ਚੱਲ ਰਹੀ ਆ। ਸੋ ਪੰਜਾਬ ਦੇ ਲੋਕਾਂ ਨੂੰ, ਚਾਹੇ ਉਹ ਦਲਿਤ ਵਰਗ ਹੈਗਾ, ਚਾਹੇ ਹੋਰ ਭਾਈਚਾਰੇ ਹੈਗੇ ਆ ਜਾਂ ਹਿੰਦੂ ਭਾਈਚਾਰਾ ਹੈਗਾ, ਸਾਰਿਆਂ ਨੂੰ ਇਸ ਗੱਲ ਨੂੰ ਸਮਝਣਾ ਪੈਣਾ ਕਿ ਇਹ ਸਰਕਾਰਾਂ ਦਾ ਹਮੇਸ਼ਾ ਹੀ ਰਵੱਈਆ ਰਿਹਾ, ਜਦੋਂ ਵੀ ਕਿਸੇ ਮੂਵਮੈਂਟ ਨੂੰ ਫੇਲ ਕਰਨਾ ਹੋਵੇ ਤਾਂ ਉੱਥੇ ਜਾਤਾਂ ਦਾ, ਧਰਮਾਂ ਦੇ ਵਖਰੇਵੇਂ ਨੇ ਜਿਹੜੇ ਉਹ ਖੜੇ ਕੀਤੇ ਜਾਂਦੇ ਨੇ ਔਰ ਮੂਵਮੈਂਟਾਂ ਨੂੰ ਫੇਲ ਕੀਤਾ ਜਾਂਦਾ। ਪਰ ਇਹਦਾ ਖਮਿਆਜਾ ਜਿਹੜਾ ਉਹ ਨਾ ਕੇਵਲ ਇਕੱਲੇ ਕਿਸਾਨਾਂ ਨੂੰ ਪੈਣਾ ਹੈ, ਇਹਦਾ ਖਮਿਆਜਾ ਸਾਰੇ ਹੀ ਵਰਗਾਂ ਨੂੰ, ਚਾਹੇ ਉਹ ਵਪਾਰੀ ਨੇ, ਚਾਹੇ ਉਹ
ਦਲਿਤ ਵਰਗ ਹੈਗਾ ਚਾਹੇ ਉਹ ਮੁਲਾਜ਼ਮ ਨੇ, ਸਾਰਿਆਂ ਨੂੰ ਭੁਗਤਣਾ ਪੈਣਾ। ਸੋ ਸਾਨੂੰ ਇਸ ਸਮੇਂ ਪੂਰੇ ਪੰਜਾਬ ਨੂੰ, ਪੰਜਾਬ ਦੇ ਹਰ ਵਸਿੰਦੇ ਨੂੰ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਇਸ ਦੇ ਖਿਲਾਫ ਲੜਾਈ ਲੜਨ ਦੀ ਲੋੜ ਆ। ਔਰ ਕੇਂਦਰ ਨੂੰ ਇਹ ਅਸੀਂ ਅਪੀਲ ਕਰਦੇ ਹਾਂ ਔਰ ਇਹ ਤਾੜਨਾ ਵੀ ਕਰਦੇ ਹਾਂ ਕਿ ਵੀ ਤੁਸੀਂ ਪੰਜਾਬ ਨੂੰ ਜੰਮੂ ਕਸ਼ਮੀਰ ਦੀ ਤਰਜ਼ ਤੇ ਨਾ ਲਓ। ਪੰਜਾਬ ਜੰਮੂ ਕਸ਼ਮੀਰ ਨਹੀਂ ਹੈਗਾ। ਸੋ ਪੰਜਾਬ ਦਾ ਇਤਿਹਾਸ ਤੁਸੀਂ ਦੇਖਿਆ। ਸੋ ਪੰਜਾਬ ਆਪਣੇ ਹੱਕ ਲੈਣਾ ਜਾਣਦਾ, ਲੜਨਾ ਵੀ ਜਾਣਦਾ ਔਰ ਮਰਨਾ ਵੀ ਜਾਣਦਾ। ਸੋ ਇਸ ਕਰਕੇ ਤੁਸੀਂ ਇਸ ਰਵੱਈਏ ਨੂੰ ਛੱਡ ਕੇ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਗੱਲਬਾਤ ਕਰਕੇ ਬੈਠ ਕੇ ਇਹਨੂੰ ਹੱਲ ਕੀਤਾ ਜਾਵੇ। ਨਹੀਂ ਇਹਦੇ ਸਿੱਟੇ ਨੇ ਜਿਹੜੇ ਉਹ ਇਕੱਲੇ ਪੰਜਾਬ ਦੇ ਲਈ ਨਹੀਂ, ਪੂਰੇ ਦੇਸ਼ ਦੇ ਲਈ ਜਿਹੜੇ ਉਹ ਭਿਆਨਕ ਜਿਹੜੇ ਹੋ ਕੇ ਨਿਬੜਨਗੇ। ਸੋ ਇਹਨਾਂ ਕਹਿੰਦਾ ਹੋਇਆ ਸਾਰੀਆਂ ਜਥੇਬੰਦੀਆਂ ਦਾ ਵੀ ਜਿਹੜਾ ਇਹ ਸੁਨੇਹਾ ਦੇਣਾ ਕਿ ਵੀ ਆਓ ਸਾਰੇ ਆਪਾਂ ਰਲ ਕੇ ਇਕੱਠੇ ਹੋ ਕੇ ਆਪਾਂ ਇਸ ਜਿਹੜੀ ਮੁਹਿੰਮ ਦੇ ਵਿੱਚ ਆਪਾਂ ਅੱਗੇ ਵਧੀਏ ਔਰ ਪੰਜਾਬ ਦੇ ਹੱਕ ਹਕੂਕ ਦੇ ਲਈ ਲੜੀਏ। ਰਸ਼ਪਾਲ ਜੀ ਨੂੰ ਦੇ ਦਿਓ, ਦੋ ਸ਼ਬਦ ਬੋਲੇ, ਥੋੜਾ ਸ਼ਾਰਟ ਕਰ ਦਿਓ। ਮੇਰੇ ਤੋਂ ਪਹਿਲਾਂ ਐਮਐਲਏ ਸਾਹਿਬ ਹੋਰਾਂ ਨੇ, ਖਹਿਰਾ ਸਾਹਿਬ ਹੋਰਾਂ ਨੇ ਸਾਰਾ ਡਿਟੇਲ 'ਚ ਦੱਸਿਆ ਪੰਜਾਬ ਬਾਰੇ ਤੇ ਬੀਜੇਪੀ ਦੀ ਸਰਕਾਰ ਬਾਰੇ। ਇੱਥੋਂ ਇਹੀ ਸਮਝ ਆਉਂਦਾ ਹੈ ਕਿ ਬੀਜੇਪੀ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕਰ ਰਹੀ ਹੈ, ਇਹਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਪਾੜਨ ਵਾਸਤੇ। ਚਾਹੇ ਉਹ ਜੀਐਸਟੀ ਦੀ ਗੱਲ ਦੇਖ ਲਓ, ਜੀਐਸਟੀ ਵੀ ਨਹੀਂ ਦਿੱਤਾ ਇਹਨਾਂ ਨੇ ਹੁਣ ਤੱਕ, ਤੇ ਉਲਟਾ ਇਹ ਜੇ ਹੁਣ ਕਿਸਾਨਾਂ ਨੇ ਇੱਕ ਰਾਹਤ ਦਿੱਤੀ ਸੀਗੀ ਇੱਕ ਅਪੀਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੀ ਉੱਤੇ, ਤਾਂ ਉਹਨੂੰ ਉਲਟਾ ਇਹਨਾਂ ਨੇ ਬੰਦ ਕਰਕੇ ਪੰਜਾਬੀਆਂ ਨੂੰ ਇਹ ਦਿਖਾਉਣਾ ਚਾਹੁੰਦੇ ਨੇ, ਉਹਦਾ ਗਲ ਘੁੱਟਣਾ ਚਾਹੁੰਦੇ ਨੇ। ਪਰ ਮੈਂ ਮੋਦੀ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਮੋਦੀ ਸਾਹਿਬ ਇਹ ਗਲ ਘੁੱਟਿਆ ਨਹੀਂ ਸਰਨਾ, ਇਹ ਪੰਜਾਬੀ ਨੇ ਲੜਨਾ ਜਾਣਦੇ ਨੇ, ਪਹਿਲ ਨਾ ਕਰੋ। ਪਹਿਲ ਕਰੀ ਮਾੜੀ ਹੈ, ਪੰਜਾਬੀ ਲੜਨਾ ਜਾਣਦੇ ਨੇ, ਆਪਣਾ ਹੱਕ ਲੈਣਾ ਚਾਹੁੰਦੇ ਨੇ। ਸੋ ਇਹਨਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੂੰ ਇਹਦੀ ਲੜਾਈ ਇਕੱਠੇ ਹੋ ਕੇ ਲੜਨਾ ਚਾਹੀਦੀ ਹੈ। ਜੇ ਅਸੀਂ ਇਕੱਠੇ ਹੋ ਕੇ ਲੜਿਆ ਫੇਰ ਹੀ ਇਸ ਬੀਜੇਪੀ ਵਾਲੇ ਬਖਲਾਏ ਹੋਏ ਨੇ, ਇਹਨਾਂ ਦੀ ਬਖਲਾਹਟ ਦੱਸਦੀ ਹੈ ਕਿ ਅੱਜ ਅਖੀਰ ਤੇ ਇਹ ਲੜਾਈ ਸਾਡੀ, ਅਸੀਂ ਜਿੱਤ ਪ੍ਰਾਪਤ ਕਰਾਂਗੇ। ਸੋ ਸਾਰੇ ਹੀ ਸਤਿਕਾਰਯੋਗ ਜਿੱਥੇ ਵੀ ਪੰਜਾਬੀ ਸੁਣ ਰਹੇ ਨੇ, ਤੁਹਾਨੂੰ ਵੀ ਸਭ ਨੂੰ ਬੇਨਤੀ ਹੈ ਕਿ ਇਸ ਜਿਹੜਾ ਮੋਦੀ ਦੀ ਸਾਹਿਬ ਦੀ ਔਰ ਬੀਜੇਪੀ ਸਰਕਾਰ ਇੱਕ ਵਿਤਕਰੇ ਵਾਲਾ ਰਵੱਈਆ ਅਪਣਾ ਰਹੀ ਪੰਜਾਬ ਦੇ ਪ੍ਰਤੀ, ਉਹਦੀ ਸਖਤ ਤੋਂ ਸਖਤ ਸਭ ਨਿਖੇਧੀ ਕਰੋ। ਧੰਨਵਾਦ ਤੁਹਾਡਾ ਸਾਰਿਆਂ ਦਾ।